ਉਹ ਧਾਰਨ ਨਹੀਂ ਕਰਦਾ, ਕੋਈ ਸੋਚਦਾ ਨਹੀਂ ਹੈ। ਸਤਿਗੁਰਾਂ ਨੇ ਰਹਿਮਤ ਕੀਤੀ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਾਹਰੋਲ ਕਚੋਲਾ। ਸਤਿਗੁਰ ਕਹਿੰਦੇ ਸ਼ਬਦ ਨਹੀਂ ਸੁਣਦਾ, ਮਾਇਆ ਦੇ ਵਿੱਚ ਇੰਨਾ ਗਲਤਾਨ ਹੋਇਆ ਪਿਆ ਹੈ ਮਨੁੱਖ। ਮਾਇਆ ਪਿਛਲੇ ਦਿਨਾਂ 'ਚ ਵੀ ਆਪਾਂ ਵਿਚਾਰ ਕੀਤੀ ਹੈ ਕਿ ਮਾਇਆ ਦਾ ਅਸਲੀ ਸਰੂਪ ਮਹਾਰਾਜ ਨੇ ਕਿਹਾ ਹੈ। ਜੇ ਆਪਾਂ ਸੌਖੇ ਸ਼ਬਦਾਂ 'ਚ ਵਿਆਖਿਆ ਕਰਨੀ ਹੋਵੇ ਤੇ ਸਤਿਗੁਰੂ ਕਹਿੰਦੇ ਮਾਇਆ ਉਹ ਹੈ ਜਿਹੜੀ ਪਰਮੇਸ਼ਰ ਨਾਲੋਂ ਦੂਰ ਕਰੇ। ਸਿਰਫ ਧਨ ਮਾਇਆ ਨਹੀਂ ਹੈ, ਮਾਇਆ ਉਹ ਹਰ ਵਸਤੂ ਜਿਹੜੀ ਸਾਨੂੰ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੋਂ ਦੂਰ ਕਰੇ। ਇਹ ਮਾਇਆ ਜਿਤ ਹਰ ਵਿਸਰੈ, ਜਿਹਦੇ ਨਾਲ ਪਰਮੇਸ਼ਰ ਵਿਸਰਦਾ। ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦਾ ਜੇ ਅਰਥ ਕਰਨਾ ਹੋਵੇ, ਸਭ ਤੋਂ ਸੌਖਾ ਅਰਥ ਸਾਧ ਸੰਗਤ ਇਹ ਹੈ ਜਿਹਦੇ ਨਾਲ ਪਰਮੇਸ਼ਰ ਭੁੱਲ ਜਾਵੇ। ਤੇ ਸਤਿਗੁਰਾਂ ਨੇ ਨਸ਼ੇ ਦੀ ਗੱਲ ਕੀਤੀ ਹੈ। ਸਾਧ ਸੰਗਤ ਮਦ ਮਾਇਆ ਕੈ ਅੰਧ। ਜੇ ਮਨੁੱਖ ਕੋਈ ਨਸ਼ਾ ਕਰਦਾ ਹੈ ਨਾ, ਉਹ ਨਸ਼ਾ ਭਾਵੇਂ ਇੰਨਾ ਨੁਕਸਾਨ ਨਾ ਕਰੇ, ਪਰ ਜੇ ਮਾਇਆ ਦਾ ਨਸ਼ਾ ਹੈ ਨਾ, ਉਹ ਬੜਾ ਨੁਕਸਾਨ ਕਰ ਦਿੰਦਾ ਹੈ। ਮਨੁੱਖ ਦਾ ਆਪਣਾ ਵੀ ਤੇ ਮਨੁੱਖ ਹੋਰਾਂ ਦਾ ਵੀ ਨੁਕਸਾਨ ਕਰ ਦਿੰਦਾ ਹੈ ਜੇ ਮਾਇਆ ਦਾ ਨਸ਼ਾ ਹੈ ਮਨੁੱਖ ਨੂੰ। ਮਾਇਆ ਦਾ ਨਸ਼ਾ ਹੀ ਹੈ ਨਾ ਸਤਾ ਦਾ ਨਸ਼ਾ ਵੀ। ਤੇ ਮਾਇਆ ਹੈ ਤੇ ਸਤਾ ਹੈ ਕੋਲ, ਤੇ ਦੇਖ ਲਓ ਕੀ ਬਣਦਾ ਪਿਆ। ਤੁਹਾਡੇ ਸਾਹਮਣੇ ਹਾਲਾਤ ਹਨ। ਮਾਇਆ ਦਾ ਨਸ਼ਾ ਜਿਹੜਾ ਹੈ ਸਭ ਤੋਂ ਭੈੜਾ ਹੈ। ਮਾਇਆ ਦਾ ਨਸ਼ਾ ਪ੍ਰਿਥੀ ਚੰਦ ਨੂੰ ਆਇਆ ਤੇ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਮਹਾਰਾਜ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਤੇ ਹਾਰ ਕੇ ਫਿਰ ਸਤਿਗੁਰਾਂ ਨੂੰ ਕਹਿਣਾ ਪਿਆ ਕਾਹੇ ਭੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨ ਸੰਗ ਝਗਰਤ ਪਾਪ। ਕਹਿਣਾ ਪੈ ਗਿਆ ਮਹਾਰਾਜ, ਕਿਉਂਕਿ ਮਾਇਆ ਜਿਹੜੀ ਹੈ ਨਾ, ਉਹ ਮਨੁੱਖ ਨੂੰ ਇੰਨਾ ਕੁ ਵਿਕਾਰੀ ਬਣਾ ਦਿੰਦੀ ਹੈ ਕਿ ਮਨੁੱਖ ਕਦੀ ਵੀ ਆਪਣੇ ਜੀਵਨ ਦੀ ਤਰੱਕੀ ਬਾਰੇ ਕਦੇ ਸੋਚ ਹੀ ਨਹੀਂ ਸਕਦਾ। ਜੀਵਨ ਨੂੰ ਪਰਮੇਸ਼ਰ ਦੇ ਵੱਲ ਲੈ ਕੇ ਜਾਣ ਬਾਰੇ ਸੋਚ ਹੀ ਨਹੀਂ ਸਕਦਾ। ਮਾਇਆ ਦੇ ਵਿੱਚ ਗਲਤਾਨ ਮਨੁੱਖ। ਸਤਿਗੁਰੂ ਕਹਿੰਦੇ ਪ੍ਰਾਨੀ ਕਛੂ ਨਾ ਚੇਤਈ, ਕੋਈ ਸੋਚਦਾ ਨਹੀਂ ਹੈ ਮਨੁੱਖ, ਵਿਚਾਰਦਾ ਨਹੀਂ ਹੈ। ਸਤਿਗੁਰੂ ਕਹਿੰਦੇ ਹੋਰ ਤੋਂ ਹੋਰ ਮਾਇਆ ਇਕੱਠੀ ਕਰਨ ਦੇ ਵਿੱਚ ਲੱਗਾ ਹੈ। ਹਰ ਵਸਤੂ ਦੇ ਨਾਲ ਪਿਆਰ ਹੈ, ਪਦਾਰਥ ਦੇ ਨਾਲ ਪਿਆਰ। ਪਦਾਰਥ ਵਰਤਣੇ ਹਨ ਜੀਵਨ ਦੇ ਵਿੱਚ ਤੇ ਵਰਤਣੇ ਚਾਹੀਦੇ ਵੀ ਹੈ, ਪਰ ਇਹਨਾਂ ਦੇ ਨਾਲ ਜੇ ਮੋਹ ਪੈ ਗਿਆ ਤੇ ਮਾਇਆ ਵਿਆਪ ਜਾਏਗੀ। ਭਾਈ ਲਾਲੋ ਦੇ ਘਰ ਸਤਿਗੁਰਾਂ ਨੇ ਪ੍ਰਸ਼ਾਦਾ ਛਕਿਆ। ਮਲਕ ਭਾਗੋ ਕਹਿੰਦਾ ਹੈ ਕਿ ਆਪ ਜੀ, ਮਲਕ ਭਾਗੋ ਕਹਿੰਦਾ ਹੈ ਕਿ ਆਪ ਜੀ ਕਿਉਂ ਨਹੀਂ ਧਿਆਨ ਦਿੰਦੇ। ਤੁਹਾਨੂੰ ਮੈਂ ਕਹਿਣਾ ਹੈ ਕਿ ਤੁਸੀਂ ਮੇਰੇ ਘਰੋਂ ਪ੍ਰਸ਼ਾਦਾ ਛਕੋ, ਕੀ ਲੋੜ ਹੈ ਤੁਹਾਨੂੰ। ਤੇ ਸਤਿਗੁਰਾਂ ਨੇ ਕਿਹਾ ਕਿ ਮਲਕ ਭਾਗੋ ਤੈਨੂੰ ਮਾਇਆ ਦਾ ਨਸ਼ਾ ਹੈ, ਮਾਇਆ ਦਾ ਨਸ਼ਾ। ਤੂੰ ਹਰ ਸਾਲ ਬ੍ਰਹਮ ਭੋਜ ਕਰਦਾ ਹੈ, ਹਰ ਸਾਲ। ਤੇ ਹਰ ਸਾਲ ਜਦੋਂ ਤੂੰ ਬ੍ਰਹਮ ਭੋਜ ਕਰਦਾ ਹੈ ਤੇ ਤੇਰੇ ਕੋਲ ਜਿਹੜੇ ਸ਼ਕਨ ਆਉਂਦੇ ਉਹ ਤੇਰੀ ਚਾਪਲੂਸੀ ਕਰਦੇ। ਬਹੁਤ ਵਧੀਆ ਕਰਦਾ, ਬੜਾ ਧਨ ਹੈ ਤੇਰੇ ਕੋਲ, ਤੂੰ ਬੜੀ ਸੇਵਾ ਕਰਦਾ। ਸਾਰੇ ਏਦਾਂ ਹੀ ਕਹਿੰਦੇ ਆ। ਪਰ ਮਹਾਰਾਜ ਕਹਿੰਦੇ ਮੈਂ ਤੈਨੂੰ ਇਹ ਗੱਲ ਸੱਚ ਦੱਸਦਾ ਹੈ ਕਿ ਤੇਰੇ ਜੀਵਨ ਦੇ ਵਿੱਚ ਮਾਇਆ ਵਿਆਪੀ ਪਈ ਹੈ, ਜਿਹਦਾ ਕਰਕੇ ਤੂੰ ਗਰੀਬਾਂ ਦਾ ਖੂਨ ਚੂਸ ਚੂਸ ਕੇ ਤੇ ਇਹ ਆਪਣਾ ਧਨ ਪਦਾਰਥ ਬਣਾਏ। ਮਾਇਆ ਦਾ ਨਸ਼ਾ ਹੈ। ਤੇ ਸਾਧ ਸੰਗਤ ਮਾਇਆ ਦੇ ਵਿੱਚ ਮਨੁੱਖ ਅੰਨਾ ਹੋਇਆ ਪਿਆ ਹੈ। ਜਿਵੇਂ ਕਹਿੰਦੇ ਕਿ ਜੇ ਕੋਈ ਕੁੱਤਾ ਹੋਵੇ, ਉਸ ਕੁੱਤੇ ਨੂੰ ਕਿਤੇ 3-4 ਸ਼ੀਸ਼ਿਆਂ ਵਾਲੇ ਕਮਰੇ 'ਚ ਵਾੜ ਦਿੱਤਾ ਜਾਵੇ, ਆਸੇ ਪਾਸੇ ਸ਼ੀਸ਼ੇ ਲੱਗੇ ਹੋਣ, ਤੇ ਉਹ ਭੌਂਕਦਾ ਭੌਂਕਦਾ ਆਪਣੇ ਆਪ ਨੂੰ ਲਹੂ ਲੁਹਾਨ ਕਰ ਲਏਗਾ।
ਤੇ ਪਰ ਜੇ ਉਹਦੇ ਵਿੱਚ ਹੀ ਕੋਈ ਮਨੁੱਖ ਵੜ ਜਾਵੇ ਤਾਂ ਉਹ ਆਪਣਾ ਸਵਾਰ ਕੇ ਨਿਕਲ ਆਵੇਗਾ, ਪੱਗ ਠੀਕ ਕਰ ਲੇਗਾ, ਕੁੜਤਾ ਸਹੀ ਕਰ ਲੇਗਾ। ਇਸੇ ਤਰ੍ਹਾਂ ਜੇ ਕੋਈ ਮਨੁੱਖ ਜੀਵਨ ਦੇ ਵਿੱਚ ਮਾਇਆ ਦਾ ਹੀ ਸਿਰਫ ਧਾਰਨੀ ਹੈ ਤੇ ਉਹ ਆਪਣਾ ਜੀਵਨ ਗਵਾ ਕੇ ਚਲਾ ਜਾਵੇਗਾ। ਤੇ ਜੇ ਕੋਈ ਪਰਮੇਸ਼ਰ ਵਾਹਿਗੁਰੂ ਨੂੰ ਭਜਣ ਵਾਲਾ ਹੈ, ਸਿਮਰਨ ਕਰਨ ਵਾਲਾ ਹੈ, ਤੇ ਉਹ ਆਪਣਾ ਜੀਵਨ ਸਵਾਰ ਕੇ ਚਲਾ ਜਾਊਗਾ। ਸਤਿਗੁਰੂ ਕਹਿੰਦੇ ਕਿ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ, ਜਮਾਂ ਦੀ ਫਾਹੀ ਤੇਰੇ ਭਾਈ ਗਲ 'ਚ ਪੈ ਜਾਣੀ ਹੈ। ਜੇ ਤੂੰ ਪਰਮੇਸ਼ਰ ਦਾ ਭਜਨ, ਵਾਹਿਗੁਰੂ ਦਾ ਭਜਨ, ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਬਿਨਾਂ ਉਸ ਦੇ ਭਜਨ ਤੋਂ ਮਾਇਆ ਜਿਹੜੀ ਹੈ ਉਹ ਵੀ ਜੀਵਨ ਨੂੰ ਲੈ ਪੈਂਦੀ ਹੈ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜੋ ਸੁਖ ਕਉ ਚਾਹੈ ਸਦਾ, ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਸੁੱਖਾਂ ਦੀ ਗੱਲ ਜਦੋਂ ਆਉਂਦੀ ਹੈ ਸਾਧ ਸੰਗਤ, ਤੇ ਮਨੁੱਖ ਮਾਇਆ ਦੇ ਵਿੱਚੋਂ ਹੀ ਸੁੱਖ ਲੱਭਦਾ ਹੈ। ਤੇ ਮਨੁੱਖ ਨੂੰ ਲੱਗਦਾ ਹੈ ਕਿ ਮੈਂ ਪਦਾਰਥ ਇਕੱਠੇ ਕਰਕੇ ਸ਼ਾਇਦ ਸੁਖੀ ਹੋ ਜਾਵਾਂ। ਇਕੱਠਾ ਕਰਦਾ ਰਹਿੰਦਾ ਹੈ ਸਾਰੀ ਉਮਰ, ਪਰ ਸੁਖੀ ਨਹੀਂ ਹੁੰਦਾ। ਸੁੱਖ ਜਿਹੜਾ ਹੈ ਉਹ ਪਦਾਰਥਾਂ ਦੇ ਵਿੱਚ ਨਹੀਂ ਹੈ। ਸੁੱਖ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੈ, ਪਦਾਰਥਾਂ 'ਚ ਸੁੱਖ ਨਹੀਂ ਹੈ। ਕਿਉਂਕਿ ਸਾਡੀ ਲਾਲਸਾ ਕਦੇ ਵੀ ਖਤਮ ਨਹੀਂ ਹੋ ਸਕਦੀ। ਕੋਈ ਚੀਜ਼ ਹੈ ਜਿਹਦੀ ਇੱਛਾ ਬੜੀ ਤੀਬਰ ਹੈ, ਮਨ 'ਚ ਪ੍ਰਾਪਤ ਹੋ ਗਈ, ਰਸ ਖਤਮ ਹੋ ਗਿਆ। ਹਰ ਵਸਤੂ ਹੈ ਜਿਹਦੀ ਲਾਲਸਾ ਹੈ, ਜਦੋਂ ਪ੍ਰਾਪਤ ਹੋ ਜਾਂਦੀ ਹੈ ਫਿਰ ਰਸ ਖਤਮ ਹੋ ਜਾਂਦਾ ਹੈ। ਇਸ ਕਰਕੇ ਮਨੁੱਖ ਸੁਖੀ ਨਹੀਂ ਹੁੰਦਾ, ਪਦਾਰਥਾਂ ਕਰਕੇ ਕਦੇ ਵੀ ਸੁੱਖ ਨਹੀਂ ਹੈ। ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਸੁੱਖ ਹੈ। ਤੇ ਸਾਧ ਸੰਗਤ, ਸਤਿਗੁਰਾਂ ਨੇ ਬੜੀ ਸੁੰਦਰ ਵਿਆਖਿਆ ਸੁੱਖ ਦੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਬਹੁਤ ਸੁੱਖ ਨਾਹੀ ਬਹੁਤਾ ਧਨ ਖਾਟੈ। ਮਨੁੱਖ ਕਹਿੰਦਾ ਧਨ ਪਦਾਰਥ ਇਕੱਠੇ ਕਰ ਲਵਾਂ ਸ਼ਾਇਦ ਸੁੱਖ ਮਿਲ ਜਾਵੇ, ਤੇ ਗੁਰੂ ਸਾਹਿਬ ਕਹਿੰਦੇ ਕਿ ਸੁੱਖ ਨਾਹੀ ਬਹੁਤਾ ਧਨ ਖਾਟੈ, ਜ਼ਿਆਦਾ ਧਨ ਦੇ ਨਾਲ ਸੁੱਖ ਨਹੀਂ ਹੈ। ਤੇ ਦੂਸਰਾ, ਮਨੁੱਖ ਸੁੱਖ ਦਾ ਸਭ ਤੋਂ ਵੱਡਾ ਜਿਹੜਾ ਰਸਤਾ ਹੈ ਨਾ, ਉਹ ਸਮਝਦਾ ਹੈ ਕਿ ਮਨੋਰੰਜਨ ਦੇ ਵਿੱਚ ਸੁੱਖ ਹੋਵੇ। ਮਨੋਰੰਜਨ, ਸਿਨੇਮੇ ਦੇਖ ਕੇ, ਮਨੋਰੰਜਨ ਦੇਖ ਕੇ, ਤਰ੍ਹਾਂ ਤਰ੍ਹਾਂ ਦੇ ਨਾਟਕ ਚੇਟਕ ਦੇਖ ਕੇ ਸ਼ਾਇਦ ਸੁੱਖ ਮਿਲ ਜਾਵੇ। ਤੇ ਸਤਿਗੁਰ ਕਹਿੰਦੇ ਇਹਦੇ ਵਿੱਚ ਵੀ ਸੁੱਖ ਨਹੀਂ। ਸੁੱਖ ਨਾਹੀ ਬਹੁਤਾ ਧਨ ਖਾਟੈ, ਸੁੱਖ ਨਾਹੀ ਪੇਖੈ ਨਿਰਤ ਨਾਟੈ। ਤੇ ਫਿਰ ਤੀਸਰਾ ਸਤਿਗੁਰਾਂ ਨੇ ਕਿਹਾ, ਮਨੁੱਖ ਸਮਝਦਾ ਹੈ ਕਿ ਮੈਂ ਸ਼ਾਇਦ ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ ਦੇ ਵਿੱਚ ਵਸ ਜਾਵਾਂ, ਜਾਂ ਉੱਥੋਂ ਦਾ ਭ੍ਰਮਣ ਕਰ ਲਵਾਂ ਤੇ ਸ਼ਾਇਦ ਸੁੱਖ ਮਿਲ ਜਾਣ। ਸੁੱਖ ਨਾਹੀ ਬਹੁਤਾ ਧਨ ਖਾਟੈ, ਸੁੱਖ ਨਾਹੀ ਪੇਖੈ ਨਿਰਤ ਨਾਟੈ, ਸੁੱਖ ਨਾਹੀ ਬਹੁ ਦੇਸ਼ ਕਮਾਇਆ। ਸਤਿਗੁਰ ਕਹਿੰਦੇ ਭਾਵੇਂ ਦੂਸਰਿਆਂ ਦੇਸ਼ਾਂ 'ਚ ਜਾ ਕੇ ਕਮਾਈ ਕਰ ਲੈ, ਵੇਖੇ ਜਾਂਦੇ ਆ ਸਾਧ ਸੰਗਤ। ਮਨੁੱਖ ਸੋਚਦਾ ਹੈ ਕਿ ਸ਼ਾਇਦ ਦੂਸਰੀ ਕੰਟਰੀ, ਦੂਸਰੀ ਜਗ੍ਹਾ ਤੇ ਸੈਟਲ ਹੋ ਕੇ ਤੇ ਜੀਵਨ 'ਚ ਸੁੱਖ ਆ ਜਾਵੇਗਾ। ਸੁੱਖ ਅਵਸਥਾ ਅੰਦਰਲੀ ਹੈ ਸਾਧ ਸੰਗਤ। ਸੁੱਖ ਅਵਸਥਾ ਜਿਹੜੀ ਹੈ ਨਾ, ਉਹ ਸਰੀਰ ਦੀ ਅਵਸਥਾ ਸੁੱਖ ਨਹੀਂ ਹੈ। ਸਰੀਰ ਵੀ ਸੈੱਟ ਹੋ ਜਾਂਦਾ ਹੈ, ਕੱਪੜੇ ਪਹਿਨ ਲਏ, ਠੀਕ ਹੈ, ਪਰਿਵਾਰ ਵੀ ਬਣ ਜਾਂਦਾ ਹੈ, ਘਰ ਬਾਰ ਸਾਰਾ ਕੁਝ ਬਣ ਜਾਂਦਾ ਹੈ, ਪਰ ਮਨੁੱਖ ਅੰਦਰੋਂ ਤਾਂ ਵੀ ਦੁਖੀ ਰਹਿੰਦਾ ਹੈ। ਦੂਸਰੇ ਦੇਸ਼ ਦੇ ਵਿੱਚ ਜਾ ਕੇ ਮਨੁੱਖ ਸੈੱਟ ਹੋ ਜਾਂਦਾ ਹੈ, ਸਾਰਾ ਕੁਝ ਸੈੱਟ ਕਰ ਲੈਂਦਾ, ਡਿਨਰ ਸੈੱਟ ਕਰ ਲੈਂਦਾ ਹੈ, ਸਾਰਾ ਕੁਝ ਸੈੱਟ ਕਰ ਲੈਂਦਾ ਆਪਣੇ ਜੀਵਨ ਦੇ ਵਿੱਚ, ਘਰ ਵੀ ਸੈੱਟ ਕਰ ਲੈਂਦਾ ਹੈ, ਚੰਗੀ ਗੱਡੀ ਸੈੱਟ ਕਰ ਲੈਂਦਾ। ਸੈੱਟ ਕੀ ਨਹੀਂ ਹੁੰਦਾ? ਮਨ ਸੈੱਟ ਨਹੀਂ ਹੁੰਦਾ। ਸੁੱਖ ਜਿੱਥੋਂ ਨਿਕਲਣਾ ਹੈ, ਸੁੱਖ ਅੰਦਰੋਂ। ਇਸ ਆਤਮਿਕ ਸੁੱਖ ਦੀ ਗੱਲ ਮਹਾਰਾਜ ਨੇ ਕੀਤੀ। ਸਤਿਗੁਰੂ ਕਹਿੰਦੇ ਜੋ ਮਰਜ਼ੀ ਕਰ ਲੈ ਜੀਵਨ ਦੇ ਵਿੱਚ, ਭਾਵੇਂ ਦੇਸ਼ਾਂ ਦਾ ਰਟਨ ਕਰ ਲੈ, ਉੱਥੇ ਜਾ ਕੇ ਕਮਾਈ ਕਰ ਲੈ, ਤੇ ਸਤਿਗੁਰੂ ਕਹਿੰਦੇ ਆ ਸੁੱਖ ਨਾਹੀ ਬਹੁ ਦੇਸ਼ ਕਮਾਇਆ। ਸਤਿਗੁਰੂ ਬਖਸ਼ਿਸ਼ ਕਰਦੇ ਸਰਬ ਸੁਖਾ ਹਰ
ਨਾਮ ਤੇ ਆਇਆ। ਸਾਰੇ ਸਰਬ ਸੁੱਖ ਜਿਹੜੇ ਹਨ ਉਹ ਨਾਮ ਦੇ ਵਿੱਚ ਹਨ। ਮਨ ਦੇ ਵਿੱਚ ਨਾਮ ਟਿਕ ਜਾਵੇ ਤੇ ਜੀਵਨ 'ਚ ਸੁੱਖ ਆ ਸਕਦਾ ਹੈ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਲੈ ਲਵੇਂ ਤੇ ਸੁੱਖ ਤੈਨੂੰ ਮਿਲ ਸਕਦਾ ਹੈ। ਹੋਰ ਤਰ੍ਹਾਂ ਕਿਸੇ ਤਰ੍ਹਾਂ ਦਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਤੇ ਸਾਧ ਸੰਗਤ ਮਨੁੱਖ ਕਹਿੰਦਾ ਹੈ ਕਿ ਕਦੀ ਮੇਰੇ ਉੱਤੇ ਦੁੱਖ ਆਵੇ ਹੀ ਨਾ। ਆ ਪਹਾੜੀ ਇਲਾਕਿਆਂ 'ਚ ਜਾਂਦੇ ਆ ਨਾ, ਤੇ ਜਿੰਨਾ ਉੱਚਾ ਪਹਾੜ ਹੋਵੇਗਾ ਖੱਡ ਵੀ ਉਨੀ ਡੂੰਘੀ ਹੋਵੇਗੀ। ਜਿੰਨਾ ਉੱਚਾ ਪਹਾੜ ਹੋਵੇਗਾ ਨਾ ਉਨੀ ਡੂੰਘੀ ਖੱਡ ਹੋਵੇਗੀ। ਤੇ ਜਿੰਨਾ ਵੱਡਾ ਸੁੱਖ ਹੋਵੇਗਾ ਤੇ ਓਨਾ ਵੱਡਾ ਦੁੱਖ ਹੋਵੇਗਾ। ਵਿਛੋੜੇ ਦਾ ਦੁੱਖ, ਚਾਰ ਦੁੱਖਾਂ ਦੀ ਮਹਾਰਾਜ ਨੇ ਗੱਲ ਕੀਤੀ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰ ਕਹਿੰਦੇ ਜਿੰਨਾ ਵੱਡਾ ਸੁੱਖ ਹੈ ਉਹਦੇ ਪਿੱਛੇ ਓਨਾ ਹੀ ਵੱਡਾ ਜਿਹੜਾ ਉਹ ਦੁੱਖ ਛੁਪਿਆ ਹੋਇਆ ਹੈ। ਤੇ ਜੇ ਜੀਵਨ ਦੇ ਵਿੱਚ ਸੁੱਖ ਚਾਹੁੰਦਾ ਹੈ ਤੇ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ ਲੈ ਲੈ, ਕਿਉਂਕਿ ਉਹਦੀ ਸ਼ਰਨ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈ ਹੈ। ਉਹ ਸਾਰਿਆਂ ਸੁੱਖਾਂ ਦਾ ਦਾਤਾ ਹੈ ਪਰਮੇਸ਼ਰ। ਉਹਦੀ ਸ਼ਰਨ ਦੇ ਵਿੱਚ ਜਾਣ ਦੇ ਨਾਲ ਸਾਰੇ ਦੁੱਖ ਜਿਹੜੇ ਉਹ ਦੂਰ ਹੋ ਜਾਂਦੇ ਆ ਤੇ ਸਾਰੇ ਸੁੱਖ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਆ। ਆਤਮਿਕ ਸੁੱਖ ਮਨੁੱਖ ਨੂੰ ਪ੍ਰਾਪਤ ਹੁੰਦੇ ਆ। ਤੇ ਫਿਰ ਮਹਾਰਾਜ ਕਹਿੰਦੇ ਆ, ਕਹੋ ਨਾਨਕ ਸੁਨ ਰੇ ਮਨਾ। ਹੇ ਮੇਰਿਆ ਮਨਾ, ਇਸ ਗੱਲ ਨੂੰ ਸੁਣ, ਇਸ ਗੱਲ ਨੂੰ ਧਿਆਨ 'ਚ ਰੱਖ। ਕਿਹੜੀ ਗੱਲ ਸਤਿਗੁਰੂ? ਮਹਾਰਾਜ ਕਹਿੰਦੇ ਦੁਰਲਭ ਮਾਨੁਖ ਦੇ। ਇਹ ਜਿਹੜੀ ਮਨੁੱਖਾ ਦੇਹੀ ਤੈਨੂੰ ਮਿਲੀ ਆ ਨਾ, ਇਹ ਆਤਮਿਕ ਸੁੱਖ ਲੈਣ ਦੇ ਲਈ ਮਿਲੀ ਆ, ਉਸ ਵਾਹਿਗੁਰੂ ਦੀ ਸ਼ਰਨ 'ਚ ਜਾਣ ਨੂੰ ਮਿਲੀ ਹੈ। ਪਰ ਜੇ ਇਹਦੇ ਨਾਲ ਸਿਰਫ ਦੇਹੀ ਨੂੰ ਸਵਾਰਿਆ ਤੇ ਮਨ ਨੂੰ ਸਵਾਰਿਆ ਨਹੀਂ, ਮਨ 'ਚ ਸੁੱਖ ਆਏ ਨਹੀਂ ਤੇ ਕੁਛ ਪ੍ਰਾਪਤੀ ਨਹੀਂ ਹੈ। ਇਹ ਦੁਰਲਭ ਦੇ ਜਿਹੜੀ ਆ ਨਾ, ਇਹ ਐਵੇਂ ਚਲੀ ਜਾਣੀ। ਕਬੀਰ ਜਿਉਂ ਫਲ ਪਾਕੇ ਭੋਈ ਗਿਰੇ, ਬਹੁਰ ਨਾ ਡਾ ਲਾਗੇ ਡਾਰ। ਕਹਿੰਦੇ ਜੇ ਇੱਕ ਵਾਰੀ ਫਲ, ਕਬੀਰ ਸਾਹਿਬ ਕਹਿੰਦੇ, ਟੁੱਟ ਜਾਵੇ ਟਾਹਲੀ ਤੋਂ ਕਿ ਡਾਲੀ ਤੋਂ, ਤੇ ਕਹਿੰਦੇ ਦੁਬਾਰਾ ਉਹ ਲੱਗਦਾ ਨਹੀਂ। ਪੱਤਰ ਪੁਰਝੇਣ ਝੜੀਆਂ ਨਹਿ ਜੜੀਆਂ ਪੇਟ ਸੰਪਤਾ। ਪੱਤੇ ਝੜ ਜਾਂਦੇ ਆ, ਟੁੱਟ ਕੇ ਸੁੱਕ ਜਾਂਦੇ ਆ, ਮਿੱਟੀ 'ਚ ਰਲ ਜਾਂਦੇ ਆ। ਪੱਤਰ ਝੜੀਆਂ ਨਹਿ ਜੜੀਆਂ ਪੇਟ ਸੰਪਤਾ, ਦੁਬਾਰਾ ਰੁੱਖ ਨਾਲ ਨਹੀਂ ਲੱਗਦੇ। ਨਾਮ ਬਿਹੂਣਾ ਮਿਖਬਤਾ, ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਨਾਮ ਤੋਂ ਬਿਨਾ ਮਨੁੱਖ ਦੀ ਜਿਹੜੀ ਜੀਵਨ ਰੂਪੀ ਰਾਤ ਹੈ ਇਸੇ ਤਰ੍ਹਾਂ ਲੰਘਦੀ ਜਾਂਦੀ ਤੇ ਜੀਵਨ ਜਿਹੜਾ ਲੰਘਦਾ ਜਾਂਦਾ। ਦੁਰਲੱਭ ਦੇ ਜਿਹੜੀ ਉਹ ਵਿਕਾਰਾਂ 'ਚ ਗਰਸੀ ਪਈ ਹੈ। ਉਹ ਸੰਸਾਰ ਦੇ ਸੁੱਖਾਂ 'ਚ ਪਦਾਰਥਾਂ ਨੂੰ ਲੱਭਦੀ ਫਿਰਦੀ ਹੈ। ਤੇ ਸਾਧ ਸੰਗਤ ਸੰਸਾਰ ਦੇ ਜਿੰਨੇ ਵੀ ਕਾਰਜ ਅਸੀਂ ਤੇ ਸੁੱਖਾਂ ਵਾਸਤੇ ਕਰਦੇ ਆ ਨਾ। ਆਹ ਹੁਣ ਪੜ੍ਹਾਈ ਕੀਤੀ ਹੈ ਸੁੱਖਾਂ ਵਾਸਤੇ ਕੀਤੀ ਹੈ ਕਿ ਪਦਾਰਥ ਆਉਣਗੇ, ਧਨ ਆਵੇਗਾ ਤੇ ਸੁੱਖ ਮਿਲ ਜਾਵੇਗਾ। ਮਨੁੱਖ ਦਾ ਜ਼ੋਰ ਹੀ ਲੱਗਾ ਹੋਇਆ ਕਿ ਜੀਵਨ ਦੇ ਵਿੱਚ ਸੁਖੀ ਅਸੀਂ ਸ਼ਾਇਦ ਧਨ ਨਾਲ ਹੋਵਾਂਗੇ, ਸ਼ਾਇਦ ਨਾਟਕਾਂ ਚੇਟਕਾਂ ਦੇ ਨਾਲ ਹੋ ਜਾਵਾਂਗੇ, ਸ਼ਾਇਦ ਕਿਸੇ ਦੂਸਰਿਆਂ ਜਗ੍ਹਾ ਤੇ ਜਾ ਕੇ ਧਨ ਪਦਾਰਥ ਇਕੱਠਾ ਕਰਕੇ ਸ਼ਾਇਦ ਅਸੀਂ ਸੁਖੀ ਹੋ ਜਾਵਾਂਗੇ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਮਨੁੱਖ ਸੁਖੀ ਨਹੀਂ ਹੋ ਸਕਦਾ। ਸੁੱਖ ਅੰਦਰਲੀ ਅਵਸਥਾ ਹੈ, ਸਰੀਰ ਦੀ ਅਵਸਥਾ ਨਹੀਂ। ਜਿਹਨੇ ਸੁਖੀ ਹੋਣਾ ਉਹ ਸਾਈਕਲ ਤੇ ਜਾਂਦਾ ਵੀ ਸੁਖੀ ਹੈ, ਪੈਦਲ ਜਾਂਦਾ ਵੀ ਸੁਖੀ ਹੈ, ਤੇ ਜਿਹਨੇ ਦੁਖੀ ਹੋਣਾ ਉਹ ਕਾਰ ਦੇ ਵਿੱਚ ਬੈਠਾ ਵੀ ਸੁਖੀ ਹੈ। ਤੇ ਹਰ ਸੁੱਖ ਦੇ ਪਿੱਛੇ ਦੁੱਖ ਲੁਕਿਆ ਤੇ ਹਰ ਦੁੱਖ ਦੇ ਪਿੱਛੇ ਸੁੱਖ ਲੁਕਿਆ। ਮਨੁੱਖ ਦੁਖੀ ਹੈ, ਸਾਈਕਲ ਚਲਾ ਰਿਹਾ, ਹੁਣ ਸਾਈਕਲ ਚਲਾਉਣ 'ਚ ਮਿਹਨਤ 'ਚ ਜ਼ਿਆਦਾ ਹੈ, ਦੁੱਖ ਹੈ। ਕਾਰ ਚਲਾਉਣ 'ਚ ਮਿਹਨਤ ਘੱਟ ਹੈ, ਸੁੱਖ ਹੈ। ਪਰ ਦੇਖਿਆ ਜਾਵੇ ਤੇ ਕਦੀ ਸਾਈਕਲ ਚਲਾਉਣ ਵਾਲੇ ਦਾ ਕਦੀ BP ਨਹੀਂ ਵਧੇਗਾ, ਉਹਨੂੰ ਕਦੀ ਬਿਮਾਰੀ ਨਹੀਂ ਲੱਗੇਗੀ, ਸੁੱਖ ਹੈ ਪਿੱਛੇ। ਤੇ ਕਾਰ ਚਲਾਉਣ ਵਾਲਾ ਜਿਹੜਾ ਉਹ ਸੁਖੀ ਹੈ ਪਰ ਪਿੱਛੇ ਦੁੱਖ ਲੁਕੇ ਆ, ਬਿਮਾਰੀਆਂ ਪਿੱਛੇ ਲੁਕੀਆਂ। ਦੁੱਖ ਦੇ ਪਿੱਛੇ ਸੁੱਖ ਤੇ ਸੁੱਖ ਦੇ ਪਿੱਛੇ ਦੁੱਖ ਲੁਕਿਆ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਜੇ ਸਾਡੇ ਕੋਲ ਸੁੱਖ ਆ ਗਏ ਤੇ ਸਦਾ ਹੀ ਸੁੱਖ ਰਹਿਣਗੇ ਤੇ ਜੇ ਦੁੱਖ ਆ ਗਏ ਤੇ ਸਦਾ ਹੀ ਦੁਖੀ ਰਵਾਂਗੇ। ਹਾਂ, ਮਨੁੱਖ ਦੁੱਖ ਭੋਗ ਭੋਗ ਕੇ ਪਰਮੇਸ਼ਰ ਨੂੰ ਉਲਾਮੇ ਦੇ ਦੇ ਕੇ ਆਪਣੇ ਆਪ ਨੂੰ ਦੁਖੀ ਦੇ ਦੁੱਖ ਦੇ ਵਿੱਚ ਹੀ ਆਪਣੇ ਆਪ ਨੂੰ ਜਿਹੜਾ ਹੈ ਨਾ ਸਮਝ ਲੈਂਦਾ ਕਿ ਮੈਂ ਹੁਣ ਦੁਖੀ ਹਾਂ ਤੇ ਬਸ ਦੁਖੀ ਰਵਾਂਗਾ। ਆਦਤ ਬਣਾ ਲੈਂਦਾ ਮਨੁੱਖ। ਫਿਰ ਛੋਟੀ ਜਿਹੀ ਵੀ ਖੁਸ਼ੀ ਆਵੇ ਨਾ ਉਹ ਮਨੁੱਖ ਉਹ ਵੀ ਨਹੀਂ ਮਨਾਉਂਦਾ।
ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਸ਼ਰਨ ਲੈ ਲੈ ਭਾਈ। ਇਹ ਜਿਹੜਾ ਮਨੁੱਖਾ ਦੇਹ ਹੀ ਤੈਨੂੰ ਮਿਲੀ ਹੈ ਬੜੀ ਦੁਰਲੱਭ ਦੇਹ ਹੈ। ਮਾਇਆ ਕਾਰਨ ਧਾਵਹਿ ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਮਾਇਆ ਕਾਰਨ, ਮਾਇਆ ਦੇ ਕਰਕੇ ਧਾਵਹਿ ਭੱਜਾ ਫਿਰਦਾ। ਦੌੜ ਸਾਡੀ ਜਿਹੜੀ ਹੈ ਸਾਰੀ ਦੀ ਸਾਰੀ ਮਾਇਆ ਕਰਕੇ ਹੀ ਆ ਨਾ। ਸਤਿਗੁਰੂ ਕਹਿੰਦੇ ਆ ਕਿ ਇੱਕ ਮਿਰਗ ਹੈ, ਪਿਆਸ ਲੱਗੀ ਹੈ ਉਹਨੂੰ, ਤੇ ਉਹ ਰੇਤ ਵੇਖਦਾ ਸਾਹਮਣੇ ਚਮਕਦੀ ਪਈ ਹੈ ਤੇ ਉਹਨੂੰ ਲੱਗਦਾ ਸ਼ਾਇਦ ਉਹ ਪਾਣੀ ਹੈ, ਭੱਜਦਾ ਹੈ ਉਧਰ ਨੂੰ ਤੇ ਦੇਖਦਾ ਰੇਤ ਹੈ। ਫਿਰ ਅੱਗੇ ਸਾਹਮਣੇ ਹੋਰ ਦੂਰ ਦੇਖਦਾ ਤੇ ਉੱਥੇ ਵੀ ਰੇਤ ਦਿਖਦੀ ਹੈ। ਉਹ ਚਮਕਦਾ ਪਾਣੀ ਲੱਗਦਾ ਉਧਰ ਨੂੰ ਭੱਜਦਾ ਹੈ। ਇਸੇ ਤਰ੍ਹਾਂ ਭੱਜਦਾ ਭੱਜਦਾ ਪ੍ਰਾਣ ਤਿਆਗ ਦਿੰਦਾ ਹੈ। ਮਨੁੱਖ ਵੀ ਇਹੀ ਕਰਦਾ ਹੈ। ਇੱਕ ਪਦਾਰਥ ਮਿਲਦਾ ਹੈ, ਉਹਦੇ ਵਿੱਚੋਂ ਰਸ ਖਤਮ ਹੋ ਗਿਆ ਤੇ ਦੂਸਰੇ ਪਦਾਰਥ ਵੱਲ ਭੱਜ ਗਿਆ। ਉਹ ਪਦਾਰਥ ਨੂੰ ਫੜ ਲਿਆ, ਫਿਰ ਉਹਦੇ ਚੋਂ ਰਸ ਖਤਮ ਹੋ ਗਿਆ ਤੇ ਤੀਸਰਾ ਪਦਾਰਥ। ਇਸੇ ਤਰ੍ਹਾਂ ਸਾਡੀ ਦੌੜ ਹੈ, ਭੱਜੇ ਫਿਰਦੇ ਆ। ਧਾਵਹਿ ਮਾਇਆ ਕਾਰਨ ਧਾਵਹਿ ਮੂਰਖ ਲੋਗ ਅਜਾਨ। ਸਤਿਗੁਰੂ ਕਹਿੰਦੇ ਮਾਇਆ ਕਰਕੇ ਮਨੁੱਖ ਜਿਹੜਾ ਹੈ ਨਾ ਉਹ ਭੱਜਾ ਫਿਰਦਾ ਰਹਿੰਦਾ ਹੈ। ਮਾਇਆ ਕਰਕੇ, ਮਾਇਆ ਕਰਕੇ ਜੀਵਨ ਦੇ ਵਿੱਚ ਜਿਹੜਾ ਹੈ ਨਾ ਉਹ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਟਿਕਾਓ ਪਰਮੇਸ਼ਰ ਦੀ ਬੰਦਗੀ ਦੇ ਨਾਲ ਆਉਣਾ, ਵਾਹਿਗੁਰੂ ਦੀ ਬੰਦਗੀ ਦੇ ਨਾਲ ਆਉਣਾ, ਤੇ ਉਸ ਟਿਕਾਓ ਵਾਸਤੇ ਭਜਨ ਕਰਨਾ ਪੈਣਾ ਹੈ, ਸਿਮਰਨਾ ਪੈਣਾ ਹੈ, ਸ਼ਰਨ ਲੈਣੀ ਪੈਣੀ ਹੈ ਉਸ ਵਾਹਿਗੁਰੂ ਦੀ। ਅਜਾਨ ਮੂਰਖ ਹੈ ਮਨੁੱਖ ਜੋ ਮਾਇਆ ਦੇ ਕਰਕੇ ਭੱਜਾ ਫਿਰਦਾ ਹੈ। ਸੁਖ ਮਾਇਆ ਦੇ ਵਿੱਚੋਂ ਨਹੀਂ ਹਨ। ਸਤਿਗੁਰਾਂ ਨੇ ਕਿਹਾ ਮਾਇਆ ਕਾਰਨ ਧਾਵਹਿ ਮੂਰਖ ਲੋਗ ਅਜਾਨ। ਅਜਾਨ ਹਨ ਲੋਗ, ਮੂਰਖ ਹਨ ਜੋ ਮਾਇਆ ਕਰਕੇ ਭੱਜੇ ਫਿਰਦੇ ਹਨ। ਮਨੁੱਖ ਦੀ ਜ਼ਿੰਦਗੀ ਦਾ ਸਾਧ ਸੰਗਤ ਮਨੋਰਥ ਹੈ, ਇੱਕ ਜ਼ਿੰਦਗੀ ਦਾ ਮਨੋਰਥ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਨਾ 12 ਮਾਹ ਦੇ ਅੰਦਰ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਜਿਸ ਪਰਪਜ ਵਾਸਤੇ ਬਣੀ ਹੈ, ਜੇ ਉਹਦਾ ਉਹ ਪਰਪਜ ਪੂਰਾ ਨਹੀਂ ਤੇ ਉਹਦਾ ਕੀ ਫਾਇਦਾ ਫਿਰ। ਹੁਣ ਗਾਂ ਜਿਹੜੀ ਉਹ ਦੁੱਧ ਦੇਣ ਵਾਸਤੇ ਬਣੀ ਹੈ, ਤੇ ਜਦੋਂ ਦੁੱਧ ਨਹੀਂ ਦਿੰਦੀ ਫਿਰ ਬਾਹਰ ਛੱਡ ਦਿੰਦੇ ਲੋਕ। ਧੇਨ ਦੁੱਧੈ ਤੈ ਬਾਹਰੀ ਕਿਤੇ ਨਾ ਆਵੇ ਕਾਮ। ਨਹੀਂ ਕੰਮ ਆਉਂਦੀ। ਹਾਂ ਉਹ ਸੰਸਾਰ ਵਿੱਚ ਹੈ ਪਰ ਕੰਮ ਤੇ ਨਹੀਂ ਨਾ ਕਿਸੇ, ਸਾਡੇ ਕੰਮ ਨਹੀਂ ਆਉਂਦੀ। ਜਲ ਬਿਨ ਸ਼ਾਕ ਮਿਲਾਵਤੀ ਉਪਜੈ ਨਾਹੀ ਦਾਮ। ਮਨੁੱਖ ਦੇ ਜੀਵਨ ਦੇ ਵਿੱਚ ਵੀ ਇੱਕ ਪਰਪਜ ਹੈ, ਇੱਕ ਮਨੋਰਥ ਹੈ, ਉਸ ਵਾਹਿਗੁਰੂ ਨੂੰ ਸਿਮਰਨਾ, ਉਸ ਅਕਾਲ ਪੁਰਖ ਨੂੰ ਯਾਦ ਕਰਨਾ। ਪਰ ਮਾਇਆ ਕਰਕੇ ਮਨੁੱਖ ਧਾਵਹਿ ਭੱਜਾ ਫਿਰਦਾ ਰਹਿੰਦਾ ਤੇ ਆਪਣਾ ਇਹ ਮਨੋਰਥ, ਆਪਣਾ ਇਹ ਪਰਪਜ ਭੁੱਲ ਜਾਂਦਾ ਹੈ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਬਿਰਥਾ ਚਲਾ ਜਾਂਦਾ। ਫਿਰ ਜਨਮ ਦਾ ਫਾਇਦਾ ਕੀ ਹੋਇਆ? ਜਦੋਂ ਮਨੋਰਥ ਹੀ ਪੂਰਾ ਨਾ ਕੀਤਾ, ਜਦੋਂ ਯਾਦ ਹੀ ਨਾ ਕੀਤਾ ਉਸ ਵਾਹਿਗੁਰੂ ਨੂੰ, ਤੇ ਫਿਰ ਜਨਮ ਤੇ ਬਿਰਥਾ ਹੀ ਗਿਆ ਨਾ। ਬਿਰਥਾ ਜਨਮ ਸਿਰਾਨ। ਸਿਰਾਨ ਦਾ ਅਰਥ ਚਲਾ ਜਾਂਦਾ ਹੈ। ਜਾ ਰਿਹਾ ਬੀਤ ਜਾਹੈ, ਬੀਤ ਜਾਹੈ ਜਨਮ ਸਿਰਾਨ ਰੇ। ਸਤਿਗੁਰ ਕਹਿੰਦੇ ਤੇਰਾ ਜੀਵਨ ਬੀਤ ਰਿਹਾ ਹੈ, ਘੜੀ ਘੜੀ ਪਲ ਪਲ ਜਿਹੜਾ ਘਟ ਰਿਹਾ ਹੈ, ਹਰ ਵੇਲੇ ਘਟ ਰਿਹਾ ਹੈ। ਜੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਦਾ ਸਿਮਰਨ ਨਹੀਂ, ਭਜਨ ਨਹੀਂ, ਬੰਦਗੀ ਨਹੀਂ, ਤੇ ਇਹ ਬਿਰਥਾ ਜਾ ਰਿਹਾ ਜੀਵਨ। ਇਹ ਗੱਲ ਸੋਚ ਕੇ ਵਿਚਾਰ ਕੇ ਆਪਣੇ ਮਨ 'ਚ ਧਾਰਨ ਕਰੀਏ। ਸਤਿਗੁਰ ਕਹਿੰਦੇ ਮੂਰਖ ਹਨ ਉਹ ਲੋਕ ਜਿਹੜੇ ਮਾਇਆ ਕਰਕੇ ਧਾਉਂਦੇ ਆ, ਭੱਜੇ ਫਿਰਦੇ ਰਹਿੰਦੇ ਆ ਤੇ ਪਰਮੇਸ਼ਰ ਵਾਹਿਗੁਰੂ ਦਾ ਭਜਨ ਨਹੀਂ ਕਰਦੇ। ਕਹੋ ਨਾਨਕ ਬਿਨ ਹਰ ਭਜਨ, ਬਿਨਾਂ ਉਸ ਹਰੀ ਦੇ ਭਜਨ ਤੋਂ ਬਿਰਥਾ ਜਨਮ ਸਿਰਾਨ। ਆਪਣਾ ਬਿਰਥਾ ਜੀਵਨ, ਆਪਣਾ ਜਨਮ ਜਿਹੜਾ ਉਹ ਇੱਥੇ ਹੀ ਇਸੇ ਤਰ੍ਹਾਂ ਮਾਇਆ ਦੇ ਵਿੱਚ ਹੀ ਗਲਤਾਨ ਹੋ ਕੇ ਗਵਾ ਕੇ ਚਲੇ ਜਾਂਦੇ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇਹ ਜਾ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਨੀ ਨਿਸ ਦਿਨ ਭਜੈ, ਨਿਰੰਤਰ ਭਜਨਾ, ਨਿਰੰਤਰ ਲਗਾਤਾਰਤਾ ਜੀਵਨ ਚ ਆ ਜੇ ਸਾਡੇ। ਸਾਧ ਸੰਗਤ
ਸਾਧਨਾ ਵਾਸਤੇ ਸਥਾਨ ਤੇ ਸਮਾਂ ਜ਼ਰੂਰੀ ਹੈ। ਸਾਧਨਾ ਵਾਸਤੇ ਆਪਾਂ ਹੁਣ ਜੁੜੇ ਹਾਂ, ਸਾਧਨਾ ਕਰ ਰਹੇ ਹਾਂ, ਸਮਾਂ ਹੈ ਤੇ ਬੈਠੇ ਹਾਂ, ਜਗ੍ਹਾ ਵੀ ਹੈ। ਤੇ ਜਦੋਂ ਨਿਰੰਤਰਤਾ ਜੀਵਨ ਚ ਆ ਜਾਂਦੀ ਹੈ, ਫਿਰ ਸਮਾਂ ਤੇ ਸਥਾਨ ਖਤਮ ਹੋ ਜਾਂਦਾ ਹੈ। ਫਿਰ ਸਮਾਂ ਤੇ ਸਥਾਨ ਨਹੀਂ ਰਹਿੰਦਾ, ਫਿਰ ਨਿਰੰਤਰ ਦਿਨ ਰਾਤ ਉਹਦਾ ਭਜਨ, ਦਿਨ ਰਾਤ ਉਹਨੂੰ ਯਾਦ ਕਰਨਾ, ਉਸ ਵਾਹਿਗੁਰੂ ਨੇ। ਤੇ ਭਗਤ ਤਿਰਲੋਚਨ ਨੇ ਪੁੱਛਿਆ ਹੈ ਕਿ ਨਾਮਦੇਵ ਜੀ ਤੁਸੀਂ ਭਜਨ ਕਿਵੇਂ ਕਰਦੇ ਹੋ? ਹਰ ਵੇਲੇ ਕੱਪੜਾ ਜਿਹੜਾ ਹੈ ਉਹ ਕੱਟਦੇ ਰਹਿੰਦੇ ਹੋ, ਕਿਵੇਂ ਉਹਨੂੰ ਯਾਦ ਕਰਦੇ ਹੋ? ਉਸ ਵਾਹਿਗੁਰੂ ਨੇ, ਉਸ ਅਕਾਲ ਪੁਰਖ ਨੂੰ ਯਾਦ ਕਿਵੇਂ ਕਰਦੇ ਹੋ? ਮੈਨੂੰ ਤੇ ਇੰਝ ਲੱਗਦਾ ਤੇ ਤੁਸੀਂ ਮਾਇਆ ਦੇ ਵਿੱਚ ਗਲਤਾਨ ਹੋ। ਮੈਨੂੰ ਤੇ ਲੱਗਦਾ ਤੁਸੀਂ ਭਜਨ ਨਹੀਂ ਕਰਦੇ ਉਸ ਵਾਹਿਗੁਰੂ ਦਾ, ਉਸ ਪਰਮੇਸ਼ਰ ਦਾ ਭਜਨ ਨਹੀਂ ਕਰਦੇ, ਤੁਸੀਂ ਆਪਣੇ ਕੰਮ ਦੇ ਵਿੱਚ ਲੱਗੇ ਰਹੇ। ਤੇ ਭਗਤ ਨਾਮਦੇਵ ਜੀ ਕਹਿੰਦੇ, ਨਾਮਾ ਕਹੇ ਤਲੋਚਨਾ, ਮੁਖ ਤੇ ਨਾਮ ਸਮਾਲ, ਹਾਥ ਪਾਮ ਕਰ ਕਾਮ ਸਭ, ਚੀਤ ਨਿਰੰਜਨ ਰਾਲ। ਇਹ ਨਿਰੰਤਰਤਾ ਹੈ, ਲਗਾਤਾਰਤਾ, ਹਰ ਵੇਲੇ ਭਜਨ। ਰੋਟੀ ਦੀ ਬੁਰਕੀ ਮੂੰਹ 'ਚ ਪਾਉਂਦੇ ਆ, ਯਾਦ ਆ ਜਾਵੇ ਪਰਮੇਸ਼ਰ, ਧੰਨ ਹੈ ਤੂੰ, ਸ਼ੁਕਰ ਹੈ ਤੇਰਾ, ਪ੍ਰਸ਼ਾਦਾ ਛਕੀ ਜਾ ਰਹੇ ਹਾਂ। ਥੋੜੇ ਧਨ ਵਾਲੇ ਨੂੰ ਦੇਖ ਕੇ ਸ਼ੁਕਰ ਕਰਿਆ ਕਰੀਏ, ਮਹਾਰਾਜ ਆਪ ਜੀ ਨੇ ਧਨ ਪਦਾਰਥ ਦਿੱਤਾ ਹੈ, ਚੰਗੀਆਂ ਚੀਜ਼ਾਂ ਵਸਤੂਆਂ ਵਰਤਣ ਵਾਸਤੇ ਦਿੱਤੀਆਂ। ਇਹ ਲਗਾਤਾਰਤਾ, ਇਹ ਗੁਣ ਹਨ ਪਰਮੇਸ਼ਰ ਦੇ ਗਾਉਣੇ। ਜੇ ਇਹ ਛੋਟੀਆਂ ਛੋਟੀਆਂ ਗੱਲਾਂ ਚੋਂ ਪਰਮੇਸ਼ਰ ਯਾਦ ਆਉਣ ਲੱਗ ਜਾਵੇ, ਫਿਰ ਸਤਿਗੁਰੂ ਕਹਿੰਦੇ ਆ ਕਿ ਉਹ ਮਨੁੱਖ ਜਿਹੜਾ ਹੈ ਪਰਮੇਸ਼ਰ ਦਾ ਹੀ ਰੂਪ ਹੈ। ਰੂਪ ਰਾਮ ਤੇ ਜਾਨ, ਉਹਨੂੰ ਉਸ ਵਾਹਿਗੁਰੂ ਦਾ ਰੂਪ ਜਾਣੋ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਸ ਗੱਲ ਨੂੰ ਸੱਚੀ ਕਰਕੇ ਮੰਨ ਲਓ, ਪੱਕੇ ਤੌਰ ਤੇ ਮੰਨ ਲਓ। ਸਤਿਗੁਰੂ ਕਹਿੰਦੇ ਕਿ ਉਹ ਮਨੁੱਖ ਜਿਹੜਾ, ਉਹ ਜਨ ਜਿਹੜਾ ਹੈ ਪਰਮੇਸ਼ਰ ਦਾ ਹੀ ਰੂਪ ਹੈ। ਕਬੀਰ ਸਾਹਿਬ ਕਹਿੰਦੇ ਕਿ ਮੈਂ ਪਰਮੇਸ਼ਰ ਦਾ ਜਨ ਬਣਨ ਵਾਸਤੇ ਤੁਰਿਆ ਤੇ ਮਨ ਚ ਆਈ ਕਿ ਸਭ ਤੋਂ ਪਹਿਲਾਂ ਜਿਹੜਾ ਹੈ ਨਾ, ਰੋੜੇ ਵਰਗਾ ਬਣ ਜਾਣਾ ਚਾਹੀਦਾ। ਰੋੜੇ ਵਰਗਾ ਬਣ ਜਾਵਾਂ, ਜਿਹੜਾ ਆਵੇ, ਕਿਉਂਕਿ ਰੋੜਾ ਸੜਕ ਤੇ ਪਿਆ, ਜਿਹੜਾ ਆਵੇ ਕੋਈ ਠੇਡਾ ਮਾਰਦਾ, ਉੱਧਰ ਨੂੰ ਚਲਾ ਜਾਂਦਾ, ਉੱਧਰ ਨੂੰ ਚਲਾ ਜਾਂਦਾ। ਇੰਨੀ ਨਿਮਰਤਾ ਆ ਜੇ ਜੀਵਨ ਚ। ਕਹਿੰਦੇ ਫੇਰ ਮੈਂ ਸੋਚਿਆ ਕਿ ਨਹੀਂ, ਰੋੜਾ ਜਿਹੜਾ ਉਹ ਪੰਥੀਆਂ ਨੂੰ ਦੁੱਖ ਦਿੰਦਾ ਹੈ, ਆਉਣ ਜਾਣ ਵਾਲੇ। ਜੇ ਗਰੀਬ ਕੋਈ ਲੰਘਿਆ ਉਹਦੇ ਪੈਰ ਤੇ ਵਜਾ, ਸੱਟ ਲੱਗ ਗਈ, ਅਮੀਰ ਕੋਈ ਲੰਘਿਆ ਉਹਨੇ ਠੋਕਰ ਮਾਰ ਕੇ ਪਰੇ ਸੁੱਟਤਾ। ਨਹੀਂ, ਕਹਿੰਦੇ ਮਿੱਟੀ ਬਣ ਜਾ, ਸ਼ਾਇਦ ਧੂੜ ਬਣ ਜਾਵਾਂ। ਫੇਰ ਕਹਿੰਦੇ ਧੂੜ ਦਾ ਵੀ ਕੋਈ ਫਾਇਦਾ ਨਹੀਂ, ਉੱਡਦੀ ਹੈ ਤੇ ਕੱਪੜੇ ਖਰਾਬ ਕਰਦੀ ਸਾਰਿਆਂ ਦੇ। ਫਿਰ ਕਹਿੰਦੇ ਧੂੜ ਬਣਨ ਦਾ ਵੀ ਕੋਈ ਫਾਇਦਾ ਨਹੀਂ, ਤੇ ਕਿਉਂ ਨਾ ਮੈਂ ਪਾਣੀ ਬਣ ਜਾਵਾਂ ਜਿਹੜੇ ਨਾਲ ਧੂੜ ਵਹਿ ਜਾਂਦੀ ਹੈ। ਫਿਰ ਮਨ 'ਚ ਖਿਆਲ ਆਇਆ ਕਿ ਜੇ ਧੂੜ ਨਹੀਂ ਬਣਨਾ, ਪਾਣੀ ਬਣ ਜਾਵਾਂ, ਤੇ ਪਾਣੀ ਵੀ ਤੇ ਜਦੋਂ ਸੂਰਜ ਚਮਕਦਾ ਹੈ ਗਰਮ ਹੋ ਜਾਂਦਾ, ਤੇ ਜਦੋਂ ਕਿਤੇ ਠੰਡਾ ਹੋ ਗਿਆ, ਕਿਤੇ ਤੱਤਾ ਹੋ ਗਿਆ। ਫਿਰ ਹਰੀ ਦਾ ਜਨ ਐਸਾ ਨਹੀਂ ਹੋਣਾ ਚਾਹੀਦਾ ਜਿਹਦੇ ਜੀਵਨ ਦੇ ਵਿੱਚ ਕਿਤੇ ਗੁੱਸਾ ਆ ਗਿਆ, ਕਿਤੇ ਇੰਨੀ ਨਿਮਰਤਾ ਆ ਗਈ ਕਿ ਭੁੱਲ ਹੀ ਗਿਆ, ਕਿਤੇ ਗਮੀ ਤੇ ਖੁਸ਼ੀ ਨੇ ਪਕੜ ਕੇ ਰੱਖ ਲਿਆ। ਕਹਿੰਦੇ ਨਹੀਂ, ਇਹ ਹਰੀ ਦਾ ਜਨ ਨਹੀਂ। ਫਿਰ ਅਖੀਰ ਤੇ ਕਿਹਾ, ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ। ਕਹਿੰਦੇ ਰੋੜਾ ਵੀ ਜਿਹੜਾ ਹੈ ਨਾ, ਉਹ ਵੀ ਆਪਣੇ ਮਨ ਦਾ ਹੰਕਾਰ ਤਜ ਕੇ ਬਣ ਜਾਵਾਂ। ਫਿਰ ਕਹਿੰਦੇ ਖੇ ਬਣ ਜਾਵਾਂ। ਫਿਰ ਕਿਹਾ ਖੇ ਹੋਈ ਤਾਂ ਕਿਆ ਭਇਆ, ਜਾਓ ਉੱਡ ਲਾਗੇ ਅੰਗ। ਫਿਰ ਪਾਣੀ ਬਣ ਜਾਵਾਂ। ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਫਿਰ ਕਹਿੰਦੇ ਪਾਣੀ ਹੁਆ ਤਾਂ ਕਿਆ ਪਾਇਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ, ਜੈਸਾ ਹਰ ਹੀ ਹੋਏ। ਪਰਮੇਸ਼ਰ ਦੇ ਗੁਣ, ਕਿਉਂਕਿ ਸਾਧ ਸੰਗਤ ਹਮੇਸ਼ਾ ਇੱਕੋ ਜਿਹੀਆਂ ਚੀਜ਼ਾਂ ਹੀ ਆਪਸ 'ਚ ਮਿਲਦੀਆਂ। ਹੁਣ ਪਾਣੀ ਹੈ ਤੇ ਤੇਲ ਹੈ, ਵੱਖਰਾ ਵੱਖਰਾ ਹੈ। ਭਾਵੇਂ ਸਾਰੀ ਰਾਤ ਪਾਣੀ ਦੇ ਵਿੱਚ ਤੇਲ ਪਾ ਕੇ ਰੱਖੀ ਛੱਡੋ, ਕਦੀ ਮਿਕਸ ਹੋਵੇਗਾ? ਨਹੀਂ ਹੋਵੇਗਾ। ਜੇ ਹਰੀ ਦੇ ਜਨ ਦੇ ਵਿੱਚ ਹਰੀ ਦੇ ਗੁਣ ਨਹੀਂ ਹੈ ਤੇ ਉਹ ਹਰੀ 'ਚ ਮਿਲਾਪ ਨਹੀਂ ਕਰੇਗਾ। ਜਨ ਹੈ ਹੀ ਉਹ ਜਿਹਦੇ ਵਿੱਚ ਗੁਣ ਉਹਦੇ ਆ ਗਏ। ਅਕਾਲ ਪੁਰਖ ਦਾ ਜਨ ਹੈ ਹੀ ਉਹ ਜਿਹਦੇ ਵਿੱਚ ਗੁਣ ਪਰਮੇਸ਼ਰ ਦੇ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸਿੱਖ ਨੇ, ਮਹਾਰਾਜ ਤੁਹਾਡਾ ਸਿੱਖ ਕਿਵੇਂ ਦਾ ਹੋਣਾ ਚਾਹੀਦਾ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਕਹਿੰਦੇ ਫੇਰ ਸਵਾਲ ਕਰੋ। ਸਤਿਗੁਰੂ ਤੁਹਾਡਾ
ਸਿੱਖ ਕਿਹੋ ਜਿਹਾ ਹੋਣਾ ਚਾਹੀਦਾ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡਾ ਸਿੱਖ ਤੇ ਸਾਡੇ ਵਰਗਾ ਹੀ ਹੋਵੇ, ਸਾਡਾ ਸਿੱਖ ਸਾਡੇ ਵਰਗਾ ਹੀ ਹੋਵੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮੇਰਾ ਖਾਸ ਰੂਪ ਹੈ ਖਾਲਸਾ। ਮਹਾਰਾਜ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਹਰ ਜਨ ਹਰ ਅੰਤਰ ਨਹੀਂ। ਉਸ ਹਰੀ ਦੇ ਜਨ ਦੇ ਵਿੱਚ ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਜਿਹੜਾ ਨਿਸ ਦਿਨ ਉਹਦਾ ਭਜਨ ਕਰਦਾ ਹੈ, ਜਿਹੜਾ ਉਹਨੂੰ ਯਾਦ ਕਰਦਾ ਹੈ, ਜਿਹਦੇ ਜੀਵਨ 'ਚ ਨਿਰੰਤਰਤਾ ਆ ਜਾਂਦੀ ਹੈ, ਜਿਹੜਾ ਹਰ ਚੀਜ਼ ਦੇ ਵਿੱਚੋਂ ਸ਼ੁਕਰਾਨਾ ਲੱਭਦਾ ਹੈ, ਜਿਹੜਾ ਹਰ ਗੁਣ ਨੂੰ ਚੇਤੇ ਕਰਦਾ ਹੈ ਵਾਹਿਗੁਰੂ ਦੇ ਨੂੰ, ਤੇ ਹਰ ਜਨ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ। ਨਾਨਕ ਸਾਚੀ ਮਾਨ, ਇਹ ਗੱਲ ਸੱਚੀ ਕਰਕੇ ਮੰਨ ਲਓ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਕੰਮ ਹੈ ਇੱਕ ਸਾਡਾ ਸੰਸਾਰ ਤੇ ਆਇਆਂ ਦਾ। ਜਿਹੜੀ ਮਨੁੱਖਾ ਦੇਹੀ ਹੈ ਨਾ ਸਾਧ ਸੰਗਤ, ਇੱਕ ਕਰਮ ਦੇਹੀ ਹੈ, ਕਰਮ ਜੂਨ ਹੈ। ਬਾਕੀ ਜੂਨਾਂ ਭੋਗ ਜੂਨਾਂ ਹਨ। ਜਿੰਨੀਆਂ ਵੀ ਜੂਨਾਂ ਹਨ ਸੰਸਾਰ ਤੇ, ਉਹ ਭੋਗੀ ਜੂਨਾਂ ਹਨ। ਆਏ ਹਨ, ਉਹਨਾਂ ਨੇ ਜੀਵਨ ਭੋਗ ਕੇ ਚਲੇ ਜਾਣਾ, ਪਰ ਸਾਡੀ ਕਰਮ ਜੂਨੀ ਹੈ। ਅਸੀਂ ਕਰਮ ਕਰਨ ਆਏ ਹਾਂ, ਕੋਈ ਕੰਮ ਕਰਨ ਆਏ ਅਸੀਂ, ਉਸ ਵਾਹਿਗੁਰੂ ਨੂੰ ਯਾਦ ਕਰਨ ਆਏ। ਤੇ ਸਤਿਗੁਰੂ ਕਹਿੰਦੇ ਮਨੁੱਖ ਯਾਦ ਨਹੀਂ ਕਰਦਾ। ਮਨ ਮਾਇਆ ਮੈਂ ਫਦ ਰਹਿਓ, ਫਸਿਆ ਹੋਇਆ ਮਨ ਮਾਇਆ ਦੇ ਵਿੱਚ, ਫਸਿਆ ਹੋਇਆ ਦਿਨ ਰਾਤ ਮਾਇਆ ਮਾਇਆ ਹਰ ਵੇਲੇ। ਸਤਿਗੁਰੂ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਉਸ ਗੋਬਿੰਦ ਦਾ ਵਾਹਿਗੁਰੂ ਦਾ ਨਾਮ ਵਿਸਰ ਗਿਆ, ਉਸ ਅਕਾਲ ਪੁਰਖ ਦਾ ਨਾਮ ਜਿਹੜਾ ਉਹ ਵਿਸਰ ਗਿਆ, ਤੇ ਮਨ ਮਾਇਆ ਦੇ ਵਿੱਚ ਫਸਿਆ ਹੋਇਆ। ਇਹ ਹੁਣ ਦੀ ਗੱਲ ਨਹੀਂ ਹੈ ਸਾਧ ਸੰਗਤ। ਮਨੁੱਖ ਜਿੰਨੀ ਮਰਜ਼ੀ ਤਰੱਕੀ ਕਰ ਗਿਆ, ਪਰ ਮਨ ਉੱਥੇ ਦਾ ਉੱਥੇ ਹੈ। ਮਨ ਜਿਹੜਾ ਹੈ ਉਹ ਬਦਲਿਆ ਨਹੀਂ। ਕਾਰੂ ਬਾਦਸ਼ਾਹ ਦੀ ਸਾਖੀ ਆਪ ਜੀ ਨੇ ਕਈ ਵਾਰ ਸਰਵਣ ਕੀਤੀ ਹੈ। ਕਬਰਾਂ ਤੱਕ ਪੁੱਟ ਦਿੱਤੀਆਂ ਮਾਇਆ ਕਰਕੇ, ਤੇ ਕਈ ਤਰ੍ਹਾਂ ਦੀਆਂ ਹੋਰ ਸਾਖੀਆਂ ਸਾਨੂੰ ਮਿਲ ਜਾਂਦੀਆਂ ਮਾਇਆ ਨਾਲ ਸੰਬੰਧਿਤ। ਜਦੋਂ ਦੇਖਦੇ ਹੋ ਪੁਰਾਣੀਆਂ ਸਾਖੀਆਂ ਹਨ, ਪਰ ਅੱਜ ਵੀ ਮਾਇਆ ਉਸੇ ਤਰ੍ਹਾਂ ਵਿਆਪਕ ਹੈ, ਤੇ ਉਹ ਸਾਖੀਆਂ ਸੁਣਾਉਣੀਆਂ ਪੈਂਦੀਆਂ। ਕਿਉਂ ਸੁਣਾਉਣੀਆਂ ਪੈਂਦੀਆਂ? ਕਿਉਂਕਿ ਮਨ ਫੇਰ ਉੱਥੇ ਦਾ ਉੱਥੇ ਹੈ। ਮਨ ਨੂੰ ਸਮਝਾਉਣ ਵਾਸਤੇ ਮਾਇਆ ਕਰਕੇ ਮਨ ਉੱਥੇ ਦਾ ਉੱਥੇ ਹੈ। ਸਰੀਰ ਕਰਕੇ ਭਾਵੇਂ ਮਨੁੱਖ ਅੱਜ ਤਰੱਕੀ ਕਰ ਗਿਆ ਹੋਵੇ, ਪਰ ਮਨ ਜਿਹੜਾ ਮਾਇਆ ਕਰਕੇ ਫਸਿਆ ਹੋਇਆ, ਅੱਜ ਵੀ ਫਸਿਆ ਹੋਇਆ ਹੈ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਉਸ ਗੋਬਿੰਦ ਦਾ ਨਾਮ ਵਿਸਾਰ ਦਿੱਤਾ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਪਰਮੇਸ਼ਰ ਨੇ ਦਿੱਤਾ ਬੜਾ ਕੁਝ ਹੈ, ਬਹੁਤ ਕੁਝ ਦਿੱਤਾ ਹੈ ਸਾਨੂੰ। ਸਰੀਰ ਦਾ ਇੱਕ ਇੱਕ ਅੰਗ, ਹਰ ਚੀਜ਼ ਜਿਹੜੀ ਹੈ ਨਾ ਸਾਨੂੰ ਮਿਲੀ ਹੈ, ਤੇ ਸਾਧ ਸੰਗਤ ਸ਼ੁਕਰਾਨਾ ਨਹੀਂ ਕਰਦੇ। ਕਹਿੰਦੇ ਕਿ ਇੱਕ ਈਰਾਨ ਦਾ ਕੋਈ ਬਾਦਸ਼ਾਹ ਸੀ, ਤੇ ਉਹ ਅੱਖਾਂ ਨਹੀਂ ਸੀ ਝਪਕ ਸਕਦਾ। ਹੁਣ ਅੱਖਾਂ ਝਪਕਣਾ ਕਿਤੇ ਕਿੱਡੀ ਕੁ ਵੱਡੀ ਗੱਲ ਆ, ਸਾਨੂੰ ਤੇ ਪਤਾ ਵੀ ਨਹੀਂ ਲੱਗਦਾ, ਆਪਣੇ ਆਪ ਝਪਕੀਆਂ ਜਾਂਦੀਆਂ। ਅੱਖਾਂ ਨਹੀਂ ਸੀ ਝਪਕ ਸਕਦਾ, ਤੇ ਉਹਦੇ ਕੋਲ ਧਨ ਪਦਾਰਥ ਬਹੁਤ ਸੀ, ਤੇ ਉਹਨੇ ਐਲਾਨ ਕਰ ਦਿੱਤਾ ਕਿ ਕੋਈ ਮੇਰੀਆਂ ਇਸ ਅੱਖਾਂ ਦਾ ਇਲਾਜ। ਇੰਨਾ ਦੁਖੀ ਕਹਿੰਦੇ ਕਿ ਰਾਤ ਨੂੰ ਵੈਦ ਜਿਹੜੇ ਸਨ ਅੱਖਾਂ ਦੇ ਉੱਤੇ ਪੱਟੀਆਂ ਰੱਖ ਕੇ ਸੌਂਦੇ ਸਨ, ਇੰਨਾ ਦੁਖੀ ਸੀ। ਹੁਣ ਅੱਖਾਂ ਹਰ ਵੇਲੇ ਖੁੱਲੀਆਂ ਰਹਿਣ ਤੇ ਕਿੰਨਾ ਔਖਾ। ਉਹ ਕਹਿੰਦਾ ਜਿਹੜਾ ਵੀ ਕੋਈ ਵੀ ਹੋਵੇ, ਉਹ ਜਿੰਨਾ ਮਰਜ਼ੀ ਧਨ ਮੇਰੇ ਕੋਲ ਲੈ ਜੇ, ਮੈਨੂੰ ਇਹ ਜਿਹੜੀ ਦਾਤ ਦੇ ਦੇ, ਮੇਰੀਆਂ ਅੱਖਾਂ ਝਪਕਣ ਦੀ ਜਿਹੜੀ ਹੈ ਨਾ ਦਾਤ, ਇਹ ਪ੍ਰਾਪਤ ਹੋ ਜੇ। ਤੇ ਦੇਖੋ ਕਿੰਨੀ ਕੁ ਛੋਟੀ ਗੱਲ ਹੈ ਕਿਤੇ ਅੱਖਾਂ ਝਪਕਣਾ। ਜਿਹਦੇ ਕੋਲ ਨਹੀਂ ਹੈ ਪਰਮੇਸ਼ਰ ਦੀ ਇਹ ਦਾਤ, ਤੇ ਜਿੰਨਾ ਮਰਜ਼ੀ ਧਨ ਪਦਾਰਥ ਹੋਵੇ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਮਾਇਆ ਦੇ ਨਾਲ ਮੋਹ ਜਿਹੜਾ ਹੈ ਨਾ ਬਹੁਤ ਜ਼ਿਆਦਾ ਹੈ। ਫਸਿਆ ਹੋਇਆ ਹੈ ਮਨ ਮਾਇਆ ਦੇ ਵਿੱਚ, ਉਹਦੀਆਂ ਦਾਤਾਂ ਨੂੰ ਵਿਸਾਰਿਆ ਹੋਇਆ ਹੈ। ਕਿੰਨਾ ਕੁਝ ਉਹਨੇ ਦਿੱਤਾ ਹੈ, ਹੱਥ ਪੈਰ ਦਿੱਤੇ ਆ, ਚੱਲ ਫਿਰ ਲੈਂਦੇ ਆ, ਕੰਮ ਕਾਰਜ ਕਰ ਲੈਂਦੇ ਆ, ਪਰ ਉਹਨੂੰ ਭਜਨ ਉਹਦਾ ਪਰਮੇਸ਼ਰ ਦਾ ਨਹੀਂ ਕਰਦੇ। ਕਹੋ ਨਾਨਕ ਬਿਨ ਹਰ ਭਜਨ, ਜਿਹੜਾ ਕਾਰਜ ਸਾਰਾ ਵੱਡਾ ਹੈ ਸੰਸਾਰ ਤੇ ਆਇਆਂ ਦਾ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਜੀਵਨ ਦਾ ਕੋਈ ਕਾਰਜ ਨਹੀਂ ਹੈ ਬਿਨਾਂ ਉਸ ਪਰਮੇਸ਼ਰ ਵਾਹਿਗੁਰੂ ਦੇ ਭਜਨ ਤੋਂ। ਜੇ ਜੀਵਨ 'ਚ ਭਜਨ ਆ ਜਾਵੇਗਾ, ਬੰਦਗੀ ਆ ਜਾਵੇਗੀ, ਤੇ ਹਰੀ ਦਾ ਜਨ ਹਰ ਜੈਸਾ ਬਣ ਜਾਵੇਗਾ। ਜੀਵਨ 'ਚ ਨਿਰੰਤਰਤਾ ਆ ਜਾਵੇਗੀ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਸਤਿਗੁਰਾਂ ਦਾ ਹਿਰਦੇ 'ਚ ਵਸੇ।
ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਜੀਵਨ 'ਚ ਨਿਰੰਤਰਤਾ ਆਵੇ, ਨਾਮ ਆਵੇ, ਬੰਦਗੀ ਆਵੇ, ਕੁਛ ਪ੍ਰਾਪਤ ਕਰਕੇ ਜਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।